Good morning, students. I hope all are well at your home. Yes, beta. Open your Punjabi book. Take it your pencil. Open lesson 15. Lesson name ਕੱਪੜਿਆਂ ਦੀ ਕਹਾਣੀ। ਬੇਟਾ ਇਸ ਲੈਸਨ ਦੇ ਵਿੱਚ ਆਪਾਂ ਨੂੰ ਕੀ ਦੱਸਿਆ ਗਿਆ ਹੈ ਕਿ ਜਿਵੇਂ ਮਨੁੱਖ ਨੂੰ ਮਤਲਬ ਕੱਪੜੇ ਜਿਹੜੇ ਆ ਹੁਣ ਦੇਖੋ ਅੱਜ ਕੱਲ੍ਹ ਦੇ ਜੀਵਨ ਦੇ ਵਿੱਚ ਕੀ ਹੈ ਕਿ ਆਪਣੀ ਮੁੱਢਲੀ ਲੋੜ ਹੈ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਕਿਤੇ ਜਾਣਾ ਹੋਵੇ ਤਾਂ ਆਪਾਂ ਕੀ ਸੋਚਦੇ ਹਾਂ ਕਿ ਆਪਾਂ ਕਿਹੜੇ ਕੱਪੜੇ ਪਾ ਕੇ ਜਾਈਏ ਹੈ ਨਾ। ਕੀ ਹੈ ਕਿ ਕੱਪੜਿਆਂ ਦਾ ਟਰੈਂਡ ਬਹੁਤ ਜ਼ਿਆਦਾ ਇਸ ਲਈ ਕਹਿੰਦੇ ਕਿ ਜਦੋਂ ਮਨੁੱਖ ਨੇ ਜਦੋਂ ਜ਼ਿੰਦਗੀ ਸ਼ੁਰੂ ਕੀਤੀ ਸੀ ਮਨੁੱਖ ਦੀ ਲਾਈਫ ਜਦੋਂ ਸਟਾਰਟ ਹੋਈ ਸੀ ਤਾਂ ਉਦੋਂ ਉਸਨੂੰ ਕੱਪੜਿਆਂ ਦਾ ਬਿਲਕੁਲ ਨਹੀਂ ਸੀ ਪਤਾ। ਉਸਨੂੰ ਇਹ ਨਹੀਂ ਸੀ ਪਤਾ ਕਿ ਕੱਪੜੇ ਕਿਸ ਤਰ੍ਹਾਂ ਬਣਦੇ ਆ। ਉਹ ਕੀ ਕਰਦਾ ਸੀ, ਜਾਂ ਤਾਂ ਦਰਖਤਾਂ ਦੇ ਜਿਹੜੇ ਪੱਤੇ ਲਪੇਟ ਲੈਂਦਾ ਸੀ ਜਾਂ ਪਸ਼ੂਆਂ ਦੀ ਕੀ ਸੀ ਚਮੜੇ ਨੂੰ ਆਪਣੇ ਉੱਪਰ ਲਪੇਟ ਲੈਂਦਾ ਸੀ। ਗਰਮੀ ਸਰਦੀ ਤੋਂ ਬਚਣ ਲਈ ਉਹ ਇਸ ਤਰ੍ਹਾਂ ਹੀ ਕਰਦਾ ਸੀ। ਪਰ ਹੌਲੀ ਹੌਲੀ ਕੀ ਹੈ ਕਿ ਕਹਿੰਦੇ ਮਨੁੱਖ ਨੂੰ ਜੀਣ ਦਾ ਢੰਗ ਆਇਆ। ਉਸਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ। ਫਿਰ ਉਸਨੂੰ ਕੀ ਕਪਾਹ ਦੇ ਧੰਦੇ ਬਾਰੇ ਪਤਾ ਲੱਗਾ। ਫਿਰ ਹੌਲੀ ਹੌਲੀ ਉਸਨੇ ਕਪਾਹ ਤੋਂ ਸੂਤੀ ਕੱਪੜਾ ਬਣਾਉਣਾ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਭੇਡਾਂ ਦੀ ਮਤਲਬ ਉੱਨ ਤੋਂ ਉਸਨੇ ਕੱਪੜੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਕੀ ਹੈ ਕਿ ਕਹਿੰਦੇ ਅੱਜ ਕੱਲ੍ਹ ਜੋ ਹੈ ਕਿ ਆਪਣਾ ਇੰਡੀਆ ਦਾ ਜਿਹੜਾ ਕੱਪੜਾ ਮਤਲਬ ਪੂਰੇ ਵਰਲਡ ਦੇ ਵਿੱਚ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਹੁਣ ਦੇਖੋ ਇਸ ਲੈਸਨ ਦੇ ਵਿੱਚ ਆਪਾਂ ਨੂੰ ਕੀ ਦੱਸਿਆ, ਕੀ ਭੂਮਿਕਾ, ਕਹਿੰਦੇ ਇਸ ਪਾਠ ਵਿੱਚ ਮਨੁੱਖ ਦੀ ਮੁੱਢਲੀ ਜ਼ਰੂਰਤ ਕੱਪੜੇ ਦੀ ਇਤਿਹਾਸਿਕ ਸਫ਼ਰ ਬਾਰੇ ਦੱਸਿਆ ਗਿਆ ਹੈ। ਉਦੇਸ਼ ਕੀ ਹੈ, ਕਹਿੰਦੇ ਇਸ ਪਾਠ ਦਾ ਉਦੇਸ਼ ਬੱਚਿਆਂ ਨੂੰ ਕੱਪੜੇ ਦੇ ਵੱਖ-ਵੱਖ ਰੂਪਾਂ ਬਾਰੇ ਜਾਣਕਾਰੀ ਦੇਣਾ ਹੈ। ਕੱਪੜੇ ਸਾਡੀ ਜ਼ਿੰਦਗੀ ਦੀ ਇੱਕ ਅਹਿਮ ਜ਼ਰੂਰਤ ਹਨ। ਜ਼ਰੂਰਤ ਦਾ ਮਤਲਬ ਕੀ ਹੈ ਕਿ ਲੋੜ। ਇਹ ਸਾਨੂੰ ਮੀਂਹ, ਧੁੱਪ ਅਤੇ ਠੰਡ ਤੋਂ ਬਚਾਉਂਦੇ ਹਨ। ਅੱਜ ਕੱਲ੍ਹ ਲੋਕੀ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ, ਪਰ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਪਹਿਲਾ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ। ਮੀਂਹ, ਧੁੱਪ ਅਤੇ ਠੰਡ ਤੋਂ ਬਚਣ ਲਈ ਉਹ ਰੁੱਖਾਂ ਦੀ ਛਾਲ, ਪਸ਼ੂਆਂ ਦੇ ਚਮੜੇ ਜਾਂ ਪੱਤਿਆਂ ਦੀ ਵਰਤੋਂ ਕਰਦਾ ਸੀ। ਸਮਾਂ ਬੀਤ ਗਿਆ ਅਤੇ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਤਾਂ ਉਸ ਨੂੰ ਕਪਾਹ ਦੇ ਧੰਦੇ ਬਾਰੇ ਜਾਣਕਾਰੀ ਮਿਲੀ। ਕਪਾਹ ਦੇ ਫਲਾਂ ਤੋਂ ਮਨੁੱਖ ਨੇ ਧਾਗਾ ਬਣਾ ਕੇ ਕੱਪੜਾ ਤਿਆਰ ਕਰਨਾ ਸਿੱਖਿਆ। ਕਪਾਹ ਤੋਂ ਕੱਪੜਾ ਬਣਨ ਤੱਕ ਦਾ ਸਫ਼ਰ ਬਹੁਤ ਲੰਬਾ ਸੀ। ਕਪਾਹ ਕੀ ਹੈ ਕਿ ਇੱਕ ਫਸਲ, ਜਿਵੇਂ ਨਰਮਾ ਅਤੇ ਕਪਾਹ ਹੁੰਦੀ ਹੈ, ਇਹ ਕੀ ਹੈ ਦੋ ਫਸਲਾਂ ਹੁੰਦੀਆਂ ਨੇ। ਹੁਣ ਦੇਖੋ ਕਹਿੰਦੇ ਕਿ ਮਨੁੱਖ ਦੀ ਮਤਲਬ ਅਹਿਮ ਜ਼ਰੂਰਤ ਹੈ ਜਿਹੜਾ ਕੱਪੜਾ ਹੈ। ਕੱਪੜੇ ਦੇ ਨਾਲ ਹੀ ਕਿ ਮਨੁੱਖ ਕੀ ਆਪਣਾ ਮੀਂਹ ਤੋਂ, ਠੰਡ ਤੋਂ, ਧੁੱਪ ਤੋਂ ਕੀ ਹੈ ਕਿ ਬਚਾਅ ਕਰਦਾ ਹੈ। ਅਤੇ ਕਹਿੰਦੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਪਾਉਂਦੇ ਆ। ਪਰ ਕਹਿੰਦੇ ਤੁਹਾਨੂੰ ਪਤਾ ਹੈ ਕਿ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਹ ਮੀਂਹ, ਧੁੱਪ, ਠੰਡ ਤੋਂ ਬਚਣ ਲਈ ਕੀ ਕਰਦਾ ਸੀ, ਰੁੱਖਾਂ ਦੀ ਛਾਲ ਲੈਂਦਾ ਸੀ ਜਾਂ ਪਸ਼ੂਆਂ ਦੇ ਚਮੜੇ ਜਾਂ ਪੱਤਿਆਂ ਦੀ ਵਰਤੋਂ ਕਰਦਾ ਸੀ। ਕਹਿੰਦੇ ਸਮਾਂ ਬੀਤਦਾ ਗਿਆ, ਉਸਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ। ਮਨੁੱਖ ਨੇ ਉਸਨੂੰ ਕਪਾਹ ਦੇ ਧੰਦੇ ਬਾਰੇ ਜਾਣਕਾਰੀ ਮਿਲੀ ਅਤੇ ਉਸਨੇ ਕਪਾਹ ਤੋਂ ਕੀ ਕੱਪੜਾ ਬਣਾਉਣਾ ਸ਼ੁਰੂ ਕਰ ਦਿੱਤਾ। ਕਈ ਸਾਲਾਂ ਤੱਕ ਮਨੁੱਖ ਨੇ ਕਪਾਹ ਦੇ ਬਣੇ ਕੱਪੜਿਆਂ ਨਾਲ ਆਪਣਾ ਸਰੀਰ ਢੱਕਦਾ ਰਿਹਾ। ਉਹ ਕੱਪੜੇ ਦੇ ਛੋਟੇ ਵੱਡੇ ਟੁਕੜੇ ਆਪਣੇ ਸਰੀਰ ਨਾਲ 'ਤੇ ਬੰਨ੍ਹ ਲੈਂਦਾ ਸੀ ਜਾਂ ਉੱਪਰ ਲੈ ਲੈਂਦਾ ਸੀ। ਕੱਪੜਿਆਂ ਨੂੰ ਸਿਉਣ ਦੀ ਕਲਾ ਤਾਂ ਮਨੁੱਖ ਨੇ ਬੜੀ ਦੇਰ ਬਾਅਦ ਸਿੱਖੀ। ਕਲਾ ਮਤਲਬ ਕਿ ਹੁਨਰ। ਕੀ ਸੀਗਾ ਕਿ ਮਨੁੱਖ ਨੂੰ ਇਹ ਨਹੀਂ ਸੀ ਪਤਾ ਕਿ ਕੱਪੜਾ ਜਿਹੜੇ ਆਪਣੇ ਕਲੌਥਸ ਆ ਉਹ ਕਿਸ ਤਰ੍ਹਾਂ ਸਟਿਚ ਹੁੰਦੇ ਆ। ਉਹ ਕਿ ਛੋਟੇ ਵੱਡੇ ਟੁਕੜੇ ਕਰਕੇ ਕੀ ਸੀ ਕਿ ਆਪਣੀ ਬੋਡੀ ਨੂੰ ਕਵਰ ਕਰ ਲੈਂਦੇ ਸੀ। ਠੰਡ ਤੋਂ ਬਚਣ ਲਈ ਸੂਤੀ ਕੱਪੜੇ ਪੂਰੇ ਨਹੀਂ ਹੁੰਦੇ ਸਨ, ਇਸ ਲਈ ਉਹ ਪਸ਼ੂਆਂ ਦੀ ਚਮੜੀ ਦੀ ਵਰਤੋਂ ਕਰਦਾ ਸੀ। ਕਿਹਾ ਨਹੀਂ ਜਾ ਸਕਦਾ ਕਿ ਉਸਨੇ ਕਦੋਂ ਭੇਡਾਂ ਦੇ ਵਾਲਾਂ ਦੀ ਉੱਨ ਬਣਾਉਣੀ ਸ਼ੁਰੂ ਕੀਤੀ। ਵੇਦਾਂ ਅਤੇ ਪੁਰਾਣਾਂ ਵਿੱਚ ਉੱਨੀ ਕੱਪੜਿਆਂ ਦੀ ਜਾਣਕਾਰੀ ਜ਼ਰੂਰ ਮਿਲਦੀ ਹੈ। ਕਹਿੰਦੇ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਉਸਨੇ ਕਦੋਂ ਮਤਲਬ ਭੇਡਾਂ ਦੇ, ਕਿਸੇ ਨੂੰ ਕੋਈ ਇਸਦੀ ਜਿਹੜੀ ਹਿਸਟਰੀ ਹੈ ਨਹੀਂ ਪਤਾ ਕਿ ਭੇਡਾਂ ਦੇ ਵਾਲਾਂ ਦੀ ਉੱਨ ਉਸਨੇ ਕਦੋਂ ਬਣਾਉਣੀ ਸ਼ੁਰੂ ਕੀਤੀ। ਕਹਿੰਦੇ ਰੇਸ਼ਮੀ ਕੱਪੜਿਆਂ ਦੀ ਜਨਮ ਭੂਮੀ ਚੀਨ ਨੂੰ ਹੀ ਮੰਨਿਆ ਜਾਂਦਾ ਹੈ। ਰੇਸ਼ਮ ਦੇ ਕੀੜੇ ਤੋਂ ਰੇਸ਼ਮੀ ਕੱਪੜੇ ਕਿਵੇਂ ਬਣਾਏ ਜਾਂਦੇ ਹਨ, ਇਸ ਕਲਾ ਨੂੰ ਉਹਨਾਂ ਨੇ ਲੰਬੇ ਸਮੇਂ ਤੱਕ ਗੁਪਤ ਰੱਖਿਆ। ਗੁਪਤ ਦਾ ਮਤਲਬ ਕੀ ਹੈ, ਭੇਦ ਲੁਕਾਇਆ ਕਿ ਚੀਨ ਦੀ ਜਨਮ ਭੂਮੀ, ਚੀਨ ਦੀ ਕੀ ਹੈ ਕਿ ਰੇਸ਼ਮੀ ਕੱਪੜੇ ਦੀ ਜਨਮ ਭੂਮੀ ਕੀ ਸੀ, ਚੀਨ ਹੈ। ਕਹਿੰਦੇ ਪਰ ਉਹਨਾਂ ਨੇ ਇਹ ਨਹੀਂ ਸੀ ਕਿਸੇ ਨੂੰ ਦੱਸਿਆ। ਪਤਾ ਹੈ ਆਪਾਂ ਨੂੰ ਹੁਣ ਕਿ ਰੇਸ਼ਮੀ ਦੇ ਕੀੜੇ ਤੋਂ ਕੀ ਹੈ ਕਿ ਰੇਸ਼ਮੀ ਕੱਪੜਾ ਬਣਾਇਆ ਜਾਂਦਾ, ਪਰ ਕਿਵੇਂ ਬਣਾਇਆ ਜਾਂਦਾ ਹੈ ਚੀਨ ਨੇ ਬਹੁਤ ਸਮੇਂ ਤੱਕ ਕਹਿੰਦੇ ਇਸ ਚੀਜ਼ ਨੂੰ ਲੁਕੋ ਕੇ ਰੱਖਿਆ ਸੀ। ਮਸ਼ਹੂਰ ਯਾਤਰੀ ਮਾਰਕੋ ਪੋਲੋ ਆਪਣੇ ਪਿਤਾ ਜੀ ਅਤੇ ਚਾਚਾ ਜੀ ਨਾਲ ਜਦੋਂ ਚੀਨ ਪਹੁੰਚਿਆ ਉਸ ਵੇਲੇ ਉਸਨੇ ਰੇਸ਼ਮ ਦੇ ਕੱਪੜੇ ਬਣਾਉਣ ਦੇ ਭੇਦ ਨੂੰ ਵੀ ਜਾਣ ਲਿਆ। ਉਹ ਇਸ ਕਲਾ ਨੂੰ ਆਪਣੇ ਦੇਸ਼ ਇਟਲੀ ਲੈ ਆਇਆ। ਹੌਲੀ ਹੌਲੀ ਇਹ ਕਲਾ ਸਾਰੇ ਦੇਸ਼ਾਂ ਵਿੱਚ ਫੈਲ ਗਈ ਕਿ ਜਦੋਂ ਉਹ ਸਾਇੰਟਿਸਟ ਯਾਤਰਾ ਕਰਨ ਵਾਸਤੇ ਚੀਨ ਪਹੁੰਚੇ ਆਪਣੇ ਪਿਤਾ ਜੀ ਅਤੇ ਚਾਚਾ ਜੀ ਨਾਲ, ਫਿਰ ਉਹਨਾਂ ਨੇ ਪਤਾ ਲਗਾ ਲਿਆ ਕਿ ਜਿਹੜਾ ਰੇਸ਼ਮੀ ਕੱਪੜਾ ਹੈ ਕਿਵੇਂ ਬਣਾਇਆ ਜਾਂਦਾ ਹੈ। ਕਹਿੰਦੇ ਹੌਲੀ ਹੌਲੀ ਉਹ ਆਪਣੇ ਦੇਸ਼ ਇਟਲੀ ਲੈ ਆਏ ਅਤੇ ਫਿਰ ਸਾਰੇ ਦੇਸ਼ਾਂ ਨੂੰ ਕੀ ਪਤਾ ਚੱਲ ਗਿਆ ਕਿ ਰੇਸ਼ਮੀ ਕੱਪੜਾ ਕਿਸ ਤਰ੍ਹਾਂ ਬਣਦਾ ਹੈ। ਭਾਰਤੀ ਪਰੰਪਰਾ ਦੇ ਕੱਪੜਿਆਂ ਦਾ ਇਤਿਹਾਸ 4000 ਸਾਲ ਪੁਰਾਣਾ ਹੈ।
ਭਾਰਤੀ ਬੁਣਕਰ ਬਹੁਤ ਹੀ ਕੁਸ਼ਲ ਕਾਰੀਗਰ ਸਨ। ਕੁਸ਼ਲ ਦਾ ਮਤਲਬ ਕਿ ਮਾਹਰ। ਢਾਕਾ ਮਤਲਬ ਹੁਣ ਬੰਗਾਲ ਦੇਸ਼ ਵਿੱਚ ਹੈ ਜਿਹੜਾ ਢਾਕਾ ਹੈ, ਕਹਿੰਦੇ ਦੀ ਮਲਮਲ ਇੰਨੀ ਬਰੀਕ ਬੁਣੀ ਜਾਂਦੀ ਸੀ ਕਿ ਉਸ ਦਾ ਪੂਰਾ ਥਾਨ ਛੋਟੇ ਜਿਹੇ ਛੇਦ ਵਿੱਚੋਂ ਲੰਘਾਇਆ ਜਾ ਸਕਦਾ ਸੀ। ਇਹਨਾਂ ਕੱਪੜਿਆਂ ਦਾ ਵਪਾਰ ਦੂਰ ਦੂਰ ਦੇ ਦੇਸ਼ਾਂ ਤੱਕ ਹੁੰਦਾ ਸੀ। ਭਾਰਤੀ ਕੱਪੜਿਆਂ ਦੀ ਮੰਗ ਪੂਰੇ ਵਿਸ਼ਵ ਵਿੱਚ ਸੀ। ਕਹਿੰਦੇ ਕਿ ਜਿਹੜਾ ਢਾਕਾ ਹੈ ਹੁਣ ਬੰਗਲਾਦੇਸ਼ ਦੇ ਵਿੱਚ ਹੈ, ਉਹ ਸਟੇਟ ਹੈਗਾ ਹੈ ਜਿਹੜਾ, ਕਹਿੰਦੇ ਉਸੇ ਕੀ ਸੀ ਕਿ ਮਲਮਲ ਦਾ ਕੱਪੜਾ ਬਹੁਤ ਦੀ ਬੁਣਤੀ ਬਹੁਤ ਹੀ ਜ਼ਿਆਦਾ ਬਰੀਕ ਕੀਤੀ ਜਾਂਦੀ ਸੀ। ਕਹਿੰਦੇ ਉਸ ਦਾ ਜਿਹੜਾ ਛੋਟਾ ਜਿਹਾ ਥਾਨ ਵੀ ਇੰਨਾ ਬਰੀਕ ਬੁਣਿਆ ਜਾਂਦਾ ਸੀ ਕਿ ਛੋਟੇ ਜਿਹੇ ਹੋਲ ਦੇ ਵਿੱਚੋਂ ਹੀ ਲੰਘਾਇਆ ਜਾ ਸਕਦਾ ਸੀ। ਕਹਿੰਦੇ ਇਹਨਾਂ ਦੇ ਕੱਪੜਿਆਂ ਦਾ ਵਪਾਰ ਸਾਰੇ ਦੇਸ਼ਾਂ ਦੇ ਵਿੱਚ ਹੁੰਦਾ ਸੀ। ਭਾਰਤੀ ਕੱਪੜੇ ਦੀ ਮੰਗ ਕੀ ਸੀ ਉਸ ਟਾਈਮ 'ਤੇ ਪੂਰੇ ਵਰਲਡ ਦੇ ਵਿੱਚ ਸੀ। ਪਹਿਲਾਂ ਕੱਪੜਾ ਕਹਿੰਦੇ ਹੱਥਾਂ ਨਾਲ ਹੀ ਜਾਂ ਖੱਡੀਆਂ 'ਤੇ ਹੀ ਬੁਣਿਆ ਜਾਂਦਾ ਸੀ। ਹੌਲੀ ਹੌਲੀ ਕੱਪੜੇ ਬੁਣਨ ਦੀਆਂ ਮਸ਼ੀਨਾਂ ਦੀ ਕਾਢ ਹੋਈ। ਕੱਪੜੇ ਦੇ ਕੰਮ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਹੋਇਆ। ਮਸ਼ੀਨਾਂ ਨਾਲ ਕੱਪੜਾ ਜਲਦੀ ਬਣਨ ਲੱਗਾ। ਉਸ ਸਮੇਂ ਅੰਗਰੇਜ਼ੀ ਰਾਜ ਦੀ ਹਕੂਮਤ ਸੀ। ਹਕੂਮਤ ਦਾ ਮਤਲਬ ਕੀ ਹੈ ਕਿ ਰਾਜ। ਉਦੋਂ ਕੀ ਸੀ ਕਿ ਆਪਣਾ ਦੇਸ਼ ਗੁਲਾਮ ਸੀ। ਜਦੋਂ ਮਸ਼ੀਨ ਦੇ ਨਾਲ ਕੱਪੜਾ ਬੁਣਨਾ ਸ਼ੁਰੂ ਹੋਇਆ ਆਪਣੀ ਕੰਟਰੀ ਦੇ ਵਿੱਚ, ਕਹਿੰਦੇ ਉੱਥੋਂ ਦੇ ਮੈਜਿਸਟ੍ਰੇਟ ਦੀਆਂ ਕੱਪੜੇ ਦੀਆਂ ਮਿੱਲਾਂ ਸਨ ਦਾ ਕੱਪੜਾ ਭਾਰਤ ਆਉਣ ਲੱਗ ਪਿਆ। ਸਾਡੇ ਭਾਰਤ ਦੇ ਕਾਰੀਗਰਾਂ ਦੀ ਰੋਜੀ ਰੋਟੀ ਖੋਹ ਲਈ ਗਈ ਕਿ ਉਦੋਂ ਉਹਨਾਂ ਦੇ ਮਤਲਬ ਕਿ ਅੰਗਰੇਜ਼ਾਂ ਦਾ ਗੁਲਾਮ ਸੀ ਆਪਣਾ ਦੇਸ਼। ਕਹਿੰਦੇ ਉਹਨਾਂ ਦੀਆਂ ਜਿਹੜੀਆਂ ਕੱਪੜੇ ਦੀਆਂ ਮਿੱਲਾਂ ਸੀ, ਉਹਨਾਂ ਫੋਰਨ ਤੋਂ ਜਿਹੜਾ ਕੱਪੜਾ ਆਪਣੇ ਇੰਡੀਆ ਦੇ ਵਿੱਚ ਆਉਣ ਲੱਗ ਗਿਆ ਅਤੇ ਜਿਹੜੇ ਆਪਣੇ ਦੇਸ਼ ਦੇ ਕਾਰੀਗਰ ਸੀ ਉਹਨਾਂ ਦੀ ਰੋਜੀ ਰੋਟੀ ਖੋਈ ਗਈ। ਜ਼ਮਾਨਾ ਬਦਲਿਆ, ਦੇਸ਼ ਬਦਲਿਆ, ਅਸੀਂ ਆਜ਼ਾਦ ਹੋਏ ਅਤੇ ਕੱਪੜੇ ਦੇ ਉਦਯੋਗ ਵਿੱਚ ਭਾਰਤ ਫਿਰ ਤੋਂ ਸਭ ਤੋਂ ਅੱਗੇ ਜਾ ਰਿਹਾ ਹੈ। ਕਹਿੰਦੇ ਕਿ ਟਾਈਮ ਚੇਂਜ ਹੋ ਗਿਆ, ਆਪਣਾ ਦੇਸ਼ ਵੀ ਜਿਹੜਾ ਕਿ ਚੇਂਜ ਹੋ ਗਿਆ, ਅਸੀਂ ਆਜ਼ਾਦ ਹੋ ਗਏ, ਸਾਨੂੰ ਫਰੀडम ਮਿਲ ਗਈ ਅਤੇ ਕਹਿੰਦੇ ਫਿਰ ਜਿਹੜਾ ਸਾਡਾ ਦੇਸ਼ ਹੈ ਇੰਡੀਆ ਜਿਹੜਾ ਉਹ ਫਿਰ ਕੱਪੜੇ ਦੇ ਉਦਯੋਗ ਦੇ ਵਿੱਚ ਅੱਗੇ ਜਾ ਰਿਹਾ। 20ਵੀਂ ਸਦੀ ਵਿੱਚ ਵੀ ਹੀ ਕੱਪੜਿਆਂ ਦੀ ਕਹਾਣੀ ਨਵੇਂ ਮੋੜਾਂ ਤੋਂ ਨਿਕਲਦੀ ਹੋਈ ਹੁਣ ਨਵੇਂ ਮੁਕਾਮ 'ਤੇ ਪੁੱਜ ਗਈ ਹੈ। ਸੂਤ, ਰੇਸ਼ਮ, ਉੱਨ ਤੋਂ ਇਲਾਵਾ ਰਸਾਇਣਿਕ ਧਾਗੇ ਵੀ ਬਣਾਏ ਗਏ ਹਨ। ਕਹਿੰਦੇ ਕਿ ਸੂਤ ਅਤੇ ਉੱਨ ਤੋਂ ਇਲਾਵਾ ਹੁਣ ਕੀ ਹੈ ਕਿ ਰਸਾਇਣਿਕ ਧਾਗੇ ਦੇ ਵੀ ਕੱਪੜੇ ਬਣਾਏ ਜਾਂਦੇ ਹਨ। ਇਹਨਾਂ ਨਾਲ ਬਣੇ ਕੱਪੜੇ ਵਧੀਆ ਅਤੇ ਮਜ਼ਬੂਤ ਹੁੰਦੇ ਹਨ। ਕਈ ਸਾਲਾਂ ਤੱਕ ਇਹ ਫਟਦੇ ਨਹੀਂ, ਕੱਸਦੇ ਨਹੀਂ ਅਤੇ ਨਾ ਹੀ ਰੰਗ ਖਰਾਬ ਹੁੰਦੇ ਹਨ। ਇਸੇ ਕਾਰਨ ਸੂਤੀ ਅਤੇ ਰੇਸ਼ਮੀ ਕੱਪੜੇ ਦੀ ਅਜੇ ਵੀ ਵਰਤੋਂ ਹੁੰਦੀ ਹੈ। ਅੱਜ ਭਾਰਤ ਕੱਪੜਾ ਨਿਰਯਾਤ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਨਿਰਯਾਤ ਦਾ ਮੀਨਿੰਗ ਕੀ ਹੈ? ਦੇਸ਼ ਤੋਂ ਬਾਹਰ ਭੇਜੀ ਜਾਣ ਵਾਲੀ ਚੀਜ਼ ਕਿ ਇੰਡੀਆ ਦੇ ਅੱਜ ਵੀ ਕੀ ਕੱਪੜੇ ਨੂੰ ਕੀ ਹੈ ਕਿ ਐਕਸਪੋਰਟ ਕਰਦਾ। ਫੈਸ਼ਨ ਦਾ ਉਦਯੋਗ ਵੀ ਇਸ ਨਾਲ ਜੁੜਿਆ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਰੰਗੀਨ ਅਤੇ ਦੂਜਿਆਂ ਨੂੰ ਆਪਣੇ ਵੱਲ ਖਿੱਚਣ ਵਾਲਾ ਹੈ। ਕੀ ਕਹਿੰਦੇ ਕਿ ਇੰਡੀਆ ਜਿਹੜਾ ਹੈ ਕਿ ਹੁਣ ਹਰ ਤਰ੍ਹਾਂ ਦੇ ਮਤਲਬ ਇੰਡੀਆ ਦੇ ਵਿੱਚ ਕੱਪੜੇ ਜਿਹੜੇ ਹੈ ਕਿ ਬਣਦੇ ਆ, ਇਸ ਸਦੀ ਦੇ ਵਿੱਚ ਵੀ ਬਣਦੇ ਆ ਅਤੇ ਇੰਡੀਆ ਕੀ ਹੈ ਕਿ ਕੱਪੜਾ ਜਿਹੜਾ ਫੋਰਨ ਵਾਲੇ ਕੰਟਰੀਜ਼ ਨੂੰ ਐਕਸਪੋਰਟ ਵੀ ਕਰਦਾ। ਇਸ ਲੈਸਨ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ? ਕਹਿੰਦੇ ਇਸ ਪਾਠ ਤੋਂ ਸਾਨੂੰ ਕੱਪੜਿਆਂ ਦੀ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਮਿਲਦੀ ਹੈ ਕਿ ਕੱਪੜੇ ਜਿਹੜੇ ਆਪਣੇ ਉਹ ਕਿਸ ਤਰ੍ਹਾਂ ਦੇ ਹੁੰਦੇ ਆ, ਕਿਹੜੀ ਚੀਜ਼ ਦੇ ਨਾਲ ਬਣਦੇ ਆ। ਯੂ ਰੀਡ ਦਿਸ ਲੈਸਨ। ਥੈਂਕਸ, ਹੈਵ ਅ ਨਾਈਸ ਡੇ।